ਸਰਕਾਰ ਨੂੰ ਪਰੇਸ਼ਾਨ ਕਰਦੇ ਨੇ। ਇਹ ਤੁਹਾਡੇ ਵਿਰੋਧੀ ਪਹਿਲਾਂ ਵੀ ਇਲਜ਼ਾਮ ਲਗਾਉਂਦੇ ਰਹੇ ਨੇ, ਹੁਣ ਵੀ ਲਗਾ ਰਹੇ ਨੇ। ਮੈਂ ਸ਼ੁਰੂਆਤ ਤੁਹਾਡੇ ਤੋਂ ਹੀ ਕਰ ਰਿਹਾ। ਇੱਕ ਪਾਸੇ ਆਰਡੀਨੈਂਸ ਦਾ ਮੁੱਦਾ ਹੈ ਦਿੱਲੀ ਦੇ ਵਿੱਚ, ਪੰਜਾਬ ਦੇ ਵਿੱਚ ਅਲੱਗ-ਅਲੱਗ ਇਸ਼ੂਜ਼ ਨੇ। ਆਲਰੇਡੀ ਆਪਾਂ ਬਹੁਤ ਸਾਰੇ ਇਸ਼ੂਜ਼ ਦੇ ਉੱਤੇ ਡਿਸਕਸ ਕਰ ਚੁੱਕੇ ਹਾਂ। ਤਮਿਲਨਾਡੂ ਦੇ ਵਿੱਚ ਤਾਂ ਇੱਕ ਸਟੈਪ ਅੱਗੇ ਵਧਦੇ ਹੋਏ ਗਵਰਨਰ ਸਾਹਿਬ ਨੇ ਮੰਤਰੀ ਨੂੰ ਹੀ ਹਟਾ ਦਿੱਤਾ, ਹਾਲਾਂਕਿ ਉਹ ਰੋਲ ਬੈਕ ਕਰ ਲਿਆ ਉਹਨਾਂ ਨੇ ਆਪਣਾ ਡਿਸੀਜਨ। है वो ਜਿਹੜਾ ਸਾਡਾ ਕਨਸਟੀਟਿਊਸ਼ਨ ਹੈ ਜੀ ਉਹਦੇ ਮੁਤਾਬਕ ਚੱਲਦਾ ਹੈ, ਚਾਹੇ ਉਹ ਭਾਰਤ ਸਰਕਾਰ ਹੋਵੇ ਚਾਹੇ ਉਹ ਸਟੇਟਾਂ ਦੀ ਸਰਕਾਰ ਹੋਵੇ। ਅਸੀਂ ਉਹ ਕਨਸਟੀਟਿਊਸ਼ਨ ਦੇ ਵਿੱਚ ਜਿਹੜੇ ਆਰਟੀਕਲ ਨੇ, ਪ੍ਰੋਵੀਜ਼ਨ ਨੇ ਔਰ ਜਾਂ ਜਿਹੜੀਆਂ ਹੋਰ ਸਾਰੀਆਂ ਹੈਗੀਆਂ ਨੇ ਜੀ ਉਹਦੇ ਮੁਤਾਬਕ ਅਸੀਂ ਚਲਾਨੇ। ਦੇਖੋ ਆਪਾਂ ਇਹਦੀ ਗੱਲ ਕਰੀਏ ਤਾਮਿਲਨਾਡੂ ਤੋਂ ਸ਼ੁਰੂ ਕਰ ਲੈਂਦੇ ਹਾਂ। ਠੀਕ ਹੈ, ਜਿਹੜਾ ਤਾਮਿਲਨਾਡੂ ਹੈਗਾ ਦੇਖੋ ਉਹਦੇ 'ਚ ਠੀਕ ਹੈ ਕਿ ਜਿਹੜੀ ਅਪਾਇੰਟਮੈਂਟ ਹੈਗੀ ਹੈ ਉਹ ਰეკਮੈਂਡੇਸ਼ਨ ਤੇ ਜਿਹੜੀ ਡਿਸਮਿਸਲ ਹੈ ਉਹ ਵੀ ਰეკਮੈਂਡੇਸ਼ਨ ਆਫ ਦੀ ਚੀਫ ਮਿਨਿਸਟਰ ਤੇ ਹੀ ਗਵਰਨਰ ਨੂੰ ਕਰਨੀ ਚਾਹੀਦੀ। ਗੱਲ ਇਹ ਹੈਗੀ ਹੈ ਕਿ ਦੇਖੋ ਪਰ ਪ੍ਰੋਬਲਮ ਕੀ ਹੈ ਕਿ ਏਦਾਂ ਦੇ ਕਰੈਕਟਰ ਜਿਹੜੀਆਂ ਵੀ ਸਰਕਾਰਾਂ ਹੈਗੀਆਂ ਨੇ ਇਰਰਿਸਪੈਕਟਿਵ ਆਫ ਐਨੀ ਪਾਰਟੀ, ਉਹ ਏਦਾਂ ਦੇ ਬੰਦੇ ਪਤਾ ਨਹੀਂ ਕੀ ਉਹਨਾਂ ਦਾ ਜੋਰ ਹੁੰਦਾ ਹੈ, ਕੀ ਉਹਨਾਂ ਦਾ ਅੱਗੇ ਅੰਡਰਸਟੈਂਡਿੰਗ ਹੁੰਦੀ ਹੈ ਜਾਂ ਪਾਰਟੀ ਦਾ ਕੀ ਪ੍ਰੈਸਟੀਜ ਬਣ ਜਾਂਦਾ ਹੈ ਕਿ ਜੇ ਹੁਣ ਆਪਾਂ ਸੈਂਸਰ ਜੀ ਦੀ ਗੱਲ ਕਰ ਲਈਏ ਜੀ, ਉਹਦੇ ਤੇ ਪੀਸੀਏ ਦੇ ਕੇਸਿਸ ਨੇ, ਉਹਦੇ ਤੇ ਪੀਡੀਏ ਦੇ ਕੇਸਿਸ ਨੇ, ਉਹਦੇ ਤੇ ਕੈਸ਼ ਫਾਰ ਜੌਬ ਦੇ ਕੇਸ ਨੇ ਤੇ ਉਹ ਬਿਹਾਈਂਡ ਬਾਰਸ ਵੀ ਹੈ। ਤੇ ਮਤਲਬ ਜੇ ਇਦਾਂ ਦੇ ਬੰਦੇ ਨੂੰ ਇੱਕ ਚੀਫ ਮਿਨਿਸਟਰ ਹੱਟ ਕਰ ਲੇ ਜੀ ਕਿ ਵੀ ਮੈਂ ਤੇ ਇਹਨੂੰ ਕੁਝ ਨਹੀਂ ਕਹਿਣਾ, ਤੇ ਫਿਰ ਤੁਸੀਂ ਦੇਖੋ ਵੀ ਕੋਈ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਕੋਈ ਪੈਰਾਮੀਟਰਸ ਜਾਂ ਕੋਈ ਪਬਲਿਕ ਦਾ ਜਿਹੜਾ ਸਾਡਾ ਸਿਸਟਮ ਹੈ ਜਾਂ ਕੌਨਫੀਡੈਂਸ ਹੈ ਜਾਂ ਅਸੀਂ ਸੋ ਕਾਲਡ ਟਰਸਟੀਜ਼ ਹੈਗੇ ਬੰਦੇ ਨੇ ਪਬਲਿਕ ਦੇ, ਇਹ ਮਤਲਬ ਕੀ ਹੈ ਬੰਦਿਆਂ ਨੂੰ ਉਹਨਾਂ ਕੁਰਸੀਆਂ ਤੋਂ ਹਟਾਉਣਾ ਚਾਹੀਦਾ। ਚੰਨੀ ਸਾਹਿਬ ਤੁਹਾਨੂੰ ਵਿਚਾਲੇ ਰੋਕਣਾ ਠੀਕ ਹੈ। ਤੁਹਾਡਾ ਜਿਹੜਾ ਪੁਆਇੰਟ ਆ ਰਿਹਾ ਤਮਿਲਨਾਡੂ ਦੇ ਕੰਟੈਕਸਟ ਦੇ ਵਿੱਚ ਤੁਸੀਂ ਜ਼ਿਕਰ ਕਰਨ ਦਾ ਕੋਸ਼ਿਸ਼ ਕਰ ਰਹੇ ਹੋ, ਕਹਿ ਰਹੇ ਹੋ। ਦੇਖੋ ਇੱਥੇ ਪੰਜਾਬ ਦੇ ਲੋਕ ਇਹ ਵੀ ਸਮਝਣਾ ਚਾਹੁੰਦੇ ਨੇ ਕਿ ਜੇ ਗਵਰਨਰ ਦੇ ਵੱਲੋਂ ਇੱਕ ਮੰਤਰੀ ਨੂੰ ਹਟਾਉਣ ਦਾ ਫੈਸਲਾ ਤਮਿਲਨਾਡੂ ਦੇ ਵਿੱਚ ਕਰ ਲਿਆ ਗਿਆ, ਬੇਸ਼ੱਕ ਉਹ ਫੈਸਲਾ ਵਾਪਸ ਲੈ ਲਿਆ ਗਿਆ, ਤਾਂ ਕੀ ਪੰਜਾਬ ਦੇ ਵਿੱਚ ਵੀ ਅਜਿਹਾ ਕੋਈ ਸਟੈਪ ਚੁੱਕਿਆ ਜਾ ਸਕਦਾ ਹੈ ਜਾਂ ਬੀਜੇਪੀ ਨੂੰ ਲੱਗਦਾ ਕਿ ਹਾਂ ਇੱਥੇ ਵੀ ਉਹ ਸਥਿਤੀ ਹੈਗੀ, ਇੱਥੇ ਵੀ ਚੁੱਕਿਆ ਜਾ ਸਕਦਾ ਜਾਂ ਚੁੱਕਣਾ ਚਾਹੀਦਾ? ਦੇਖੋ ਗੌਰਵ ਜੀ ਗੱਲ ਇਹ ਹੈਗੀ ਕਿ ਹੁਣ ਆਪਾਂ ਕਿੰਨਾ ਰੌਲਾ ਪੈ ਗਿਆ। ਪਹਿਲਾਂ ਤਾਂ ਇਹਨਾਂ ਨੇ ਵਿਜੇ ਸਿੰਗਲਾ ਨੂੰ ਕੱਢਿਆ ਆਪਣੇ ਵਜ਼ਾਰਤ ਤੋਂ ਬਾਹਰ ਜੀ, ਉਦੋਂ ਬਾਅਦ ਕੋਈ ਐਕਸ਼ਨ ਨਹੀਂ ਹੋਇਆ ਉਹਦੇ ਤੇ, ਔਰ ਉਹਦੀ ਜਿਹੜੀ ਆਡੀਓ ਆਨਰੇਬਲ ਚੀਫ ਮਿਨਿਸਟਰ ਕੋਲ ਹੈ, ਹੋਰ ਤੀਜੇ ਬੰਦੇ ਨੂੰ ਪਤਾ ਹੀ ਨਹੀਂ ਵੀ ਕੀ ਗੱਲ ਹੋਈ ਕੀ ਨਹੀਂ ਹੋਈ, ਤੇ ਫਿਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ, ਉਹਦਾ ਚਲਾਨ ਤੱਕ ਨਹੀਂ ਪਿਆ। ਫਿਰ ਸਰਾਰੀ ਸਾਹਿਬ ਦਾ ਲੈ ਲਓ, ਫਿਰ ਈਵਨ ਕੋਟ ਫਤਿਹ ਵਾਸਤੇ ਵੀ ਇਹਨਾਂ ਦੀ ਮਜਬੂਰੀ ਬਣ ਗਈ। ਤੇ ਹੁਣ ਜਿਹੜਾ ਕਾਰੂ ਚੱਕ ਜੀ ਦਾ ਰੌਲਾ ਪਿਆ, ਦੇਖੋ ਅਸੀਂ ਜੇ ਕਿਸੇ ਗੱਲ ਨੂੰ ਮੰਨਣਾ ਹੀ ਨਹੀਂ ਵੀ ਇਹ ਕੋਈ ਇਮੋਸ਼ਨ ਹੈ ਜਾਂ ਸਾਡੀ ਕੋਈ ਮੋਰੈਲਿਟੀ ਹੈ ਜਾਂ ਅਸੀਂ ਲੋਕਾਂ ਵਿੱਚ ਕਿਸ ਤਰ੍ਹਾਂ ਦੀਆਂ ਮਤਲਬ ਪ੍ਰੈਸੀਡੈਂਟ ਸੈਟਅਪ ਕਰ ਰਹੇ ਹਾਂ, ਕਿਸ ਤਰ੍ਹਾਂ ਦੀ ਅਸੀਂ ਧਾਰਾਵਾਂ ਦੇ ਰਹੇ ਹਾਂ, ਕਿੱਦਾਂ ਦੇ ਅਸੀਂ ਰੋਲ ਮਾਡਲ ਬਣ ਕੇ ਲੋਕਾਂ ਨੂੰ ਦਿਖਾ ਰਹੇ ਹਾਂ। ਮਤਲਬ ਇਹਨਾਂ ਕੋਲੇ 92 MLA ਕੀ ਕਟਾਰੂ ਕੋਈ ਰਿਪਲੇਸਮੈਂਟ ਨਹੀਂ ਹੈ। ਨਹੀਂ ਚੰਨੀ ਜੀ, ਮਤਲਬ ਤੁਹਾਡੀਆਂ ਸਟੇਟਮੈਂਟਸ ਐਵੇਂ ਲੱਗ ਰਿਹਾ ਜਿਵੇਂ ਤੁਸੀਂ ਭੂਮਿਕਾ ਤਿਆਰ ਕਰ ਰਹੇ ਹੋ ਕਿ ਗਵਰਨਰ ਸਾਹਿਬ ਦਾ ਜੇ ਐਕਸ਼ਨ ਹੋਇਆ ਤਾਂ ਸਾਰੇ ਪੁਆਇੰਟਸ ਹੋਣਗੇ। I don't want to go out of the constitution। ਮੈਂ ਇੱਕ ਗੱਲ ਹੈ, ਮੇਰੀ ਸਬਮਿਸ਼ਨ ਹੈ, ਮੇਰੀ ਪਲੀ ਹੈ ਕਿ ਜਿੱਥੇ ਸਾਰਾ ਪੰਜਾਬ ਰੌਲਾ ਪਾ ਰਿਹਾ ਹੈ ਹੁਣ ਅਲਟੀਮੇਟਲੀ NCSC ਜਿਹੜਾ ਕਮਿਸ਼ਨ ਹੈਗਾ ਦਿੱਲੀ, ਉਹਨੇ ਵੀ ਕੀਤੇ ਸਾਰੇ ਅਫਸਰ ਤੇ ਰਿਪੋਰਟ। ਮਤਲਬ ਸਾਡੇ ਅਸੀਂ ਏਦਾਂ ਮਤਲਬ ਵਾਹ ਜਾਬ ਦੇ ਸਿਸਟਮ ਬਣਾ ਕੇ ਪਹਿਲਾਂ SIT ਬਣਾ ਕੇ ਫਿਰ ਮੁੰਡੇ ਹੁਣ ਜਿਹੜਾ ਮੁੰਡਾ ਹੈ ਉਹ ਜਿਹਦੇ ਨਾਲ ਹੋਇਆ ਮਾੜਾ ਕੰਮ ਉਹਨੂੰ ਮੁਕਰਾਤਾ। ਮਤਲਬ ਇਹ ਕੋਈ ਤਰੀਕਾ ਨਹੀਂ ਹੈ। ਮਤਲਬ ਪਬਲਿਕ ਸਾਰੀ ਦੁਨੀਆ ਦੇਖਦੀ ਹੈ, ਸਾਰਾ ਹੁਣ ਤਾਂ ਸਾਰੀ ਦੁਨੀਆ ਦੇਖਦੀ ਹੈ ਕਿ ਇੱਕ ਬੱਚਾ ਦੇਖਦਾ। ਮਤਲਬ ਅਸੀਂ ਕਿੱਦਾਂ ਦੇ ਪ੍ਰੈਜ਼ੀਡੈਂਟ ਜਿਹੜਾ ਅਸੀਂ ਰੱਖ ਰਹੇ ਹੈਗੇ। ਤੇ ਦੂਜੀ ਜਿਹੜੀ ਗੱਲ ਇਹ ਕਰ ਰਹੇ ਸੀਗੇ ਜਿਵੇਂ ਵਿਧਾਨ ਸਭਾ ਦੀ, ਤੁਸੀਂ ਇਹ ਦੇਖੋ ਕਿ ਬਜਟ ਸੈਸ਼ਨ ਪਹਿਲਾਂ ਇਹਨਾਂ ਨੇ ਕਾਲ ਕੀਤਾ ਜੀ ਤੇ ਹੁਣ ਵੀ ਲੰਘ ਗਈ, ਤੇ ਅਸੀਂ ਬਜਟ ਸੈਸ਼ਨ ਨੂੰ ਵੀ ਮੌਨਸੂਨ ਦੇ ਵਿੱਚ ਲੈ ਕੇ ਆ ਰਹੇ ਹਾਂ ਕਿ ਜੀ ਇਹ ਪ੍ਰੋਗਰਾਮ ਨਹੀਂ ਹੋਇਆ, ਸਾਈਨ ਨਹੀਂ ਹੋਇਆ। ਤੇ ਮਤਲਬ ਜਿਹੜੇ ਮੌਨਸੂਨ ਦਾ ਸੈਸ਼ਨ ਦਾ ਅਸੀਂ ਸੈਪਰੇਟ ਬੁਲਾਣਾ ਹੀ ਬੁਲਾਣਾ ਹੁੰਦਾ ਹੈ। ਤੇ ਇਹਨਾਂ ਨੂੰ ਕੀ ਮੈਂ ਜੀ ਵੀ ਇਹ ਸੌਰੀ ਪੁਰਾਣਾ ਏਜੰਡਾ ਕੋਈ ਨਹੀਂ, ਨਵਾਂ ਸੈਸ਼ਨ ਬੁਲਾਇਆ ਸੀ, ਨਵੇਂ ਸੈਸ਼ਨ ਵਾਸਤੇ ਨਵੀਂ ਪਰਮਿਸ਼ਨ ਲੈ ਲਈ ਗਵਰਨਰ ਤੋਂ, ਉਹਨੂੰ ਏਜੰਡਾ ਦੱਸ ਦਈਏ ਕੀ ਗੱਲ ਹੈ। ਮਤਲਬ ਕਿਹੜੀਆਂ ਗੱਲਾਂ ਸੀਕ੍ਰੇਟ ਨੇ। ਮਤਲਬ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਜਿੱਥੇ ਵੀ ਇਹ ਘਟਨਾਕ੍ਰਮ ਜਿਵੇਂ ਪੰਜਾਬ ਦੇ ਵਿੱਚ ਹੋਇਆ ਤਾਂ ਉੱਥੇ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਵੱਲੋਂ ਜਿਹੜੇ ਕਦਮ ਚੁੱਕੇ ਗਏ ਉਹਨਾਂ ਦੇ ਉੱਤੇ ਕੁਐਸਚਨ ਮਾਰਕ ਹੈ। ਤੁਹਾਨੂੰ ਮੈਂ ਸੰਘੇੜਾ ਸਾਹਿਬ ਦਾ ਰੁਖ ਕਰਦਾ। ਸੰਘੇੜਾ ਸਾਹਿਬ, ਦਿੱਲੀ ਦੇ ਵਿੱਚ ਤੁਸੀਂ ਉਪ ਰਾਜਪਾਲ ਦੇ ਉੱਤੇ ਸਵਾਲ ਚੁੱਕ ਰਹੇ ਹੋ, ਪੰਜਾਬ ਦੇ ਵਿੱਚ ਚੁੱਕ ਰਹੇ ਹੋ, ਤਮਿਲਨਾਡੂ ਦੇ ਵਿੱਚ ਜੋ ਹੋਇਆ ਉਸ ਦੇ ਉੱਤੇ ਵੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਨਹੀਂ ਇਹ ਠੀਕ ਨਹੀਂ ਹੋਇਆ, ਇਨਫੈਕਟ ਕਾਂਗਰਸ ਵੀ ਕਹਿ ਰਹੀ ਹੈ।
ਪਰ ਦੇਖੋ ਬੀਜੇਪੀ ਦਾ ਤਰਕ ਇਹ ਹੈ ਕਿ ਸਭ ਕੁਝ ਸੰਵਿਧਾਨ ਦੇ ਮੁਤਾਬਿਕ ਹੋ ਰਿਹਾ ਹੈ, ਚਾਹੇ ਉਹ ਪੰਜਾਬ ਹੈ, ਚਾਹੇ ਦਿੱਲੀ ਹੈ, ਚਾਹੇ ਤਾਮਿਲਨਾਡੂ ਹੈ। ਇਸ ਤੋਂ ਵੱਡੀ ਜਿਹੜੀ ਆ ਇਲੀਗੈਲਿਟੀ, ਇਸ ਤੋਂ ਵੱਡੀ ਸੰਵਿਧਾਨ ਦੀ ਉਲੰਘਣਾ ਹੋ ਨਹੀਂ ਸਕਦੀ ਜਿਹੜੀ ਬੀਜੇਪੀ ਕਰ ਰਹੀ ਹੈ। ਚੰਨੀ ਸਾਹਿਬ ਕਿਸ ਤਰ੍ਹਾਂ ਬੜੇ ਆਰਾਮ ਨਾਲ ਕਹਿ ਰਹੇ ਨੇ ਕਿ ਇਹਨਾਂ ਨੇ ਉਹ ਮੰਤਰੀ ਨੂੰ ਨਹੀਂ ਕੱਢਿਆ, ਉਹ ਤਾਮਿਲਨਾਡੂ ਵਾਲਿਆਂ ਨੇ ਉੱਤੇ ਐਕਸ਼ਨ ਹੀ ਨਹੀਂ ਲਿਆ ਜੀ। ਚੰਨੀ ਸਾਹਿਬ, ਤਾਮਿਲਨਾਡੂ ਚ ਮੁੱਖ ਮੰਤਰੀ ਕੌਣ ਨੇ? ਗਵਰਨਰ ਦੀਆਂ ਡਿਊਟੀਆਂ ਕੀ ਨੇ? ਜੇ ਬੀਜੇਪੀ ਦੇ ਕੇਂਦਰੀ ਆਗੂਆਂ ਦੇ ਧਿਆਨ ਚ ਆ ਗਿਆ, ਬੀਜੇਪੀ ਲੀਡਰਾਂ ਦੇ ਇਸ ਤਰ੍ਹਾਂ ਉਹਨਾਂ ਨੂੰ ਲੱਗਣ ਲੱਗ ਗਿਆ ਕਿ ਆਹ ਹੋਣਾ ਚਾਹੀਦਾ ਸੀ, ਏਦਾਂ ਨਹੀਂ ਹੋਣਾ ਚਾਹੀਦਾ, ਉਸ ਸੂਬੇ ਦੇ ਮੁੱਖ ਮੰਤਰੀ ਨੇ ਦੇਖਣਾ, ਕੈਬਨਿਟ ਨੇ ਦੇਖਣਾ ਤੇ ਹੋਰ ਸਾਰਾ ਪੈਰਾਫਰਨੀਆ ਉੱਥੇ ਦੇ ਪ੍ਰਸ਼ਾਸਨ ਨੇ ਦੇਖਣਾ ਆ ਜੀ। ਗਵਰਨਰ ਇਜ਼ ਨਾਟ supposed to perform the duties of chief minister। ਚੀਫ ਮਿਨਿਸਟਰ ਦੇ ਹਿਸਾਬ ਨਾਲ ਸਹੀ ਹੋ ਰਿਹਾ, ਜੇ ਨਹੀਂ ਸਹੀ ਹੋ ਰਿਹਾ ਤੁਸੀਂ ਸੰਵਿਧਾਨ ਦੇ ਅਨੁਸਾਰ ਚੱਲੋ। ਅਸੀਂ ਤਾਂ ਕਿਹਾ ਨਹੀਂ ਹੈ, ਤੁਹਾਡੇ ਮੰਤਰੀਆਂ ਨੇ ਜਦੋਂ ਇਹ ਕਹਿਤਾ ਗੋਲੀ ਮਾਰੋ ਸਾਲੋਂ ਕੋ, ਲੋਕਾਂ ਨੂੰ ਭੜਕਾਇਆ, ਅਸੀਂ ਇਹੀ ਕਿਹਾ ਕਿ ਪ੍ਰਧਾਨ ਮੰਤਰੀ ਜੀ ਫਲਾਣੇ ਮੰਤਰੀ ਨੂੰ ਬਰਖਾਸਤ ਕਰਨ, ਜਦੋਂ ਪਿੱਛੋਂ ਲਿਆ ਕੇ ਕਾਰ ਚੜਾਤੀ ਸੀ ਕਿਸਾਨਾਂ ਦੇ ਹਜੂਮ ਤੇ, ਕਿਸਾਨ ਵੀਰਾਂ ਤੇ ਕਤਲੇਆਮ ਕੀਤਾ ਸੀ ਚਿੱਟੇ ਦਿਨ, ਅਸੀਂ ਮੰਗ ਕੀਤੀ ਕਿ ਕੰਪੀਟੈਂਟ ਅਥਾਰਟੀ ਉੱਤੇ ਕਾਰਵਾਈ ਕਰੇ। ਏਦਾਂ ਨਹੀਂ ਹੈ ਕਿ ਤੁਸੀਂ ਆਪਣੇ ਗਵਰਨਰ ਲਾਏ ਹੋਏ ਆ, ਉਹ ਗਵਰਨਰ ਸਾਰੇ ਸੰਵਿਧਾਨ ਨੂੰ ਛਿੱਕੇ ਟਾਂਕੇ ਆਪਣੇ ਆਪ ਕਾਰਵਾਈ ਕਰਨਾ ਸ਼ੁਰੂ ਕਰ ਦੇਣ। ਗੌਰਵ ਜੀ ਇਦਾਂ ਹੀ ਇਹਨਾਂ ਨੇ ਦਿੱਲੀ 'ਚ ਕੀਤਾ। ਨਹੀਂ, ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਇਸ ਤਰੀਕੇ ਨਾਲ ਹੋ ਸਕਦਾ ਹੈ? ਮੈਂ ਸੰਘੇੜਾ ਸਾਹਿਬ ਇਸ ਕਰਕੇ ਹੀ ਜਿਹੜੇ ਲੋਕ ਅੱਜ ਆਪਣੇ ਪੰਜਾਬ ਦੇ ਵਿੱਚ ਬੈਠ ਕੇ ਦਰਸ਼ਕ ਇਸ ਸਮੇਂ ਦੇਖ ਰਹੇ ਹੋਣਗੇ, ਉਹ ਵੀ ਜਾਣਨਾ ਚਾਹਣਗੇ ਨਾ ਕਿ ਤਾਮਿਲਨਾਡੂ ਦਾ ਮੁੱਦਾ ਪੰਜਾਬ ਦੇ ਵਿੱਚ ਕਿਉਂ ਵਿਚਾਰਿਆ ਜਾ ਰਿਹਾ ਹੈ। ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੀ ਗਵਰਨਰ ਸਾਹਿਬ ਇਸ ਤਰੀਕੇ ਦਾ ਕੋਈ ਐਕਸ਼ਨ ਲੈ ਸਕਦੇ ਨੇ? ਕਿ ਲੱਗਦਾ ਆਮ ਆਦਮੀ ਪਾਰਟੀ ਨੂੰ? ਨਹੀਂ, ਸੇਮ ਐਕਸ਼ਨ ਲੈਣ ਦੀ ਇਹਨਾਂ 'ਚ ਹਿੰਮਤ ਨਹੀਂ ਹੈ, ਕਿਉਂਕਿ ਬਿਲਕੁਲ ਇਹਨਾਂ ਦਾ ਆਧਾਰ ਨਹੀਂ ਹੈ। ਜੇ ਕਰਨਗੇ ਤਾਂ ਮੂੰਹ ਦੀ ਖਾਣਗੇ, ਮੂੰਹ ਦੀ ਖਾਣਗੇ। ਆਈ ਵੁੱਡ ਸੇ ਬਿਲਕੁਲ ਇਲੀਗਲ ਦਿੱਲੀ 'ਚ ਕਰ ਰਿਹਾ ਹੈ, ਉੱਥੇ ਵੀ ਦੇਖੋ ਕੀ ਬਣਦਾ। ਅਸੀਂ ਸੁਪਰੀਮ ਕੋਰਟ ਵੀ ਚਲੇ ਗਏ ਆ, ਪੰਜਾਬ 'ਚ ਹੁਣ ਤੱਕ ਇਲੀਗੈਲਿਟੀ ਜੀ ਕਰਦੇ ਰਹੇ ਗਵਰਨਰ ਸਾਹਿਬ ਜੀ। ਉਹਨਾਂ ਨੂੰ ਮੂੰਹ ਦੀ ਖਾਣੀ ਪਈ ਆ, ਉਹਨਾਂ ਨੂੰ ਲੋਕ ਬੀਜੇਪੀ ਦਾ ਨੁਮਾਇੰਦਾ ਤੇ ਕਹਿ ਰਹੇ ਆ, ਬੀਜੇਪੀ ਦਾ ਜਿਹੜਾ ਆ ਆਗੂ ਕਹਿਣ ਤੱਕ ਲੋਕ ਚਲੇ ਗਏ, ਬੀਜੇਪੀ ਦਾ ਸਪੋਕਸਮੈਨ ਕਹਿਣ ਤੱਕ ਚਲੇ ਗਏ ਆ। ਕਿੱਥੇ ਰਹੀ ਮਰਿਆਦਾ ਗਵਰਨਰ ਦੀ? ਗਵਰਨਰ ਦਾ ਅਹੁਦਾ ਸੰਵਿਧਾਨਕ ਹੈ, ਬੜਾ ਮਾਣਯੋਗ ਅਹੁਦਾ ਆ, ਉਹਦੀ ਮਾਣ ਮਰਿਆਦਾ ਕਾਇਮ ਰੱਖਣੀ। ਜਿਹੜੇ ਮਤਲਬ ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਕਿ ਹੱਦਾਂ ਟੱਪੀਆਂ ਜਾ ਰਹੀਆਂ ਨੇ। ਠੀਕ ਹੈ ਸੰਘੇੜਾ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਉਣਾ ਇੱਕ ਵਾਰ। ਦੇਖੋ ਚੰਨੀ ਸਾਹਿਬ, ਗੌਰਵ ਜੀ ਇੱਕ ਲਾਈਨ, ਚੰਨੀ ਸਾਹਿਬ ਕਿੱਦਾਂ ਕਹਿ ਰਹੇ ਨੇ ਕਿ ਆਹ ਸੈਸ਼ਨ ਇਦਾਂ ਕਰ ਲੈਣਗੇ, ਆਹ ਸੈਸ਼ਨ ਉਹ ਕਹਿ ਰਹੇ ਸੰਵਿਧਾਨ ਦੇ ਮੁਤਾਬਿਕ ਹੋ ਰਿਹਾ ਹੈ, ਸੰਵਿਧਾਨ ਦੇ ਮੁਤਾਬਿਕ ਹੋ ਰਿਹਾ ਜੋ ਵੀ ਹੋ ਰਿਹਾ ਹੈ। ਚੰਨੀ ਜੀ ਬਹੁਤ ਛੋਟੀ ਜਿਹੀ ਸਟੇਟਮੈਂਟ ਦੇ ਦਿਓ ਇੱਕ। ਚੰਨੀ ਜੀ, ਮੈਂ ਉਸ ਤੋਂ ਬਾਅਦ ਕਲੇਰ ਸਾਹਿਬ ਔਰ ਕਾਲੋਂ ਦਾ ਰੁਖ ਕਰਦਾ। ਇਹ ਕੈਬਨਿਟ ਨੇ ਪੰਜਾਬ ਦੀ ਨੇ ਦੇਖਣਾ ਕਦੋਂ ਸੈਸ਼ਨ ਸੱਦਣਾ, ਕਿਹੜਾ ਸੱਦਣਾ। ਬੀਜੇਪੀ ਦੇ ਨੁਮਾਇੰਦਿਆਂ ਤੋਂ ਪੁੱਛ ਕੇ ਨਹੀਂ ਸੱਦਣਾ। ਠੀਕ ਹੈ ਚੰਨੀ ਜੀ ਛੋਟੀ ਜਿਹੀ ਸਟੇਟਮੈਂਟ ਸਰ। ਢੇੜਾ ਸਾਹਿਬ ਬੜਾ ਧੱਕਾ ਕਰ ਰਿਹਾ ਹੈ। ਦੇਖੋ ਇੱਕ ਗੱਲ ਹੈ ਕਿ ਜਦੋਂ ਸੰਵਿਧਾਨ ਦੇ ਵਿੱਚ ਲਿਖਿਆ ਹੈ ਵੀ ਬਜਟ ਸੈਸ਼ਨ ਹੋਏਗਾ, ਮੌਨਸੂਨ ਸੈਸ਼ਨ ਹੋਏਗਾ, ਵਿੰਟਰ ਸੈਸ਼ਨ ਹੋਏਗਾ, ਫਿਰ ਅਸੀਂ ਕਿਉਂ ਨਹੀਂ ਕਾਲ ਕਰਦੇ? ਪ੍ਰੋਬਲਮ ਕੀ ਹੈ ਕਿ ਗਵਰਨਰ ਨੇ ਤੁਹਾਡੇ ਤੇ ਕੋਈ ਉਹਨੇ ਮਾੜੀ ਗੱਲ ਤਾਂ ਕਰਨੀ ਹੀ ਨਹੀਂ। ਤੁਸੀਂ ਇੱਕ ਸੰਵਿਧਾਨ, ਮੈਂ ਕਹਿੰਦਾ ਕਿ ਅਸੀਂ ਬੀਜੇਪੀ ਪਾਰਟੀ ਇਹ ਹੈਗੀ, ਉਹ ਕਹਿੰਦੀ ਵੀ ਸੰਵਿਧਾਨ ਦੇ ਮੁਤਾਬਕ ਅਸੀਂ ਚੱਲੇ, ਸੰਵਿਧਾਨ ਦੇ ਮੁਤਾਬਕ ਤੁਸੀਂ ਚੱਲੋ। ਤੇ ਜੇ ਕਿਤੇ ਮੰਨ ਲਓ ਹੁਣ ਜੇ ਟੀਐਨ ਦੇ ਤਾਮਿਲਨਾਡੂ ਦੇ ਗਵਰਨਰ ਨੇ ਕੀਤਾ ਤੇ ਉਹ ਰੱਖ ਲਿਆ ਉਹਨਾਂ ਨੇ ਵੀ ਚਲੋ ਇਹਦੇ ਵਿੱਚ ਵਾਇਲੇਸ਼ਨ ਹੋਏਗੀ। ਪਰ ਮੈਂ ਕਹਿੰਦਾ ਕੋਈ ਪਬਲਿਕ ਮੋਰੈਲਿਟੀ ਹੁੰਦੀ ਹੈ, ਕੋਈ ਪਬਲਿਕ ਦਾ ਕਰੈਕਟਰ ਹੁੰਦਾ ਹੈ, ਕੋਈ ਲੋਕਾਂ ਦੇ ਮੂਹਰੇ ਅਸੀਂ ਮੂੰਹ ਦਿਖਾਣਾ ਹੈ। ਹੁਣ ਦੇਖੋ ਜਿੱਦਾਂ ਦੇ ਇਹਨਾਂ ਨੇ ਐਸਆਈਟੀ ਨਹੀਂ ਬਣਾਈ, ਉਹ ਕਟਾਰੂ ਚੱਕ ਕੇ ਨਹੀਂ ਦੇਖਿਆ। ਮਤਲਬ ਮੈਂ ਕਹਿੰਦਾ ਦੇਖੋ ਠੀਕ ਹੈ, ਜੇ ਚੀਫ ਮਿਨਿਸਟਰ ਨੂੰ ਮਨਜ਼ੂਰ ਹੈ ਤੇ ਇਹ ਕਹਿੰਦਾ ਵੀ ਸਾਡੀ ਸਰਕਾਰ ਤਾਂ ਹੀ ਚੱਲੂਗੀ, ਚਲਾ ਲਓ। ਪਰ ਕੀ ਲੋਕਾਂ ਦੇ ਵਿੱਚ ਤੁਸੀਂ ਜਵਾਬ ਦੇਣੀ ਹੈ? ਜਦੋਂ ਬੱਚਾ ਕਹਿ ਰਿਹਾ ਹੈ ਵੀ ਇਦਾਂ ਦੀ ਜਿਹੜਾ ਸੈਕਸੁਅਲ ਹੈਰੈਸਮੈਂਟ ਹੋਈ ਆ ਉਹ ਬੱਚੇ ਦੀ, ਤੇ ਤੁਸੀਂ ਆਪਾਂ ਕਹਿੰਦੇ ਅਸੀਂ ਤਾਂ ਮੈਂ ਉਸ ਇਸ਼ੂ ਦੇ ਉੱਤੇ ਆਉਣਾ, ਉਸ ਇਸ਼ੂ ਦੇ ਉੱਤੇ ਆਉਣਾ। ਥੋੜਾ ਜਿਹਾ ਵੇਟ ਕਰੋ ਸਰ, ਆਪਾਂ ਸਾਰੇ ਮਹਿਮਾਨਾਂ ਨੂੰ ਇੱਕ ਵਾਰੀ ਐਡ ਕਰਾਂਗੇ। ਕਾਰਵਾਈ ਹੋ ਰਹੀ ਹੈ ਹੁਣ ਦਿੱਲੀ 'ਚ, ਸੁਪਰੀਮ ਕੋਰਟ ਦੇ ਆਰਡਰ ਵੀ ਮੰਨਣੋਂ ਮੁੱਕਰ ਗਏ ਨੇ। ਇਹ ਸੰਵਿਧਾਨ ਮੈਂ ਆਰਡੀਨੈਂਸ ਵਾਲੇ ਇਸ਼ੂ ਤੇ ਆਉਂਗਾ, ਆਰਡੀਨੈਂਸ ਵਾਲੇ ਇਸ਼ੂ ਤੇ ਆਵਾਂਗਾ ਸਰ। ਮੈਂ ਆਰਡੀਨੈਂਸ ਵਾਲੇ ਇਸ਼ੂ ਤੇ ਆਣਾ, ਥੋੜਾ ਜਿਹਾ ਟਾਈਮ ਦਿਓ, ਇੱਕ ਵਾਰ ਸਾਰਿਆਂ ਨੂੰ ਐਡ ਕਰ ਲਈਏ। ਸੰਘੇੜਾ ਸਾਹਿਬ ਤੁਹਾਡੀ ਗੱਲ ਆ ਗਈ, ਕਲੇਰ ਸਾਹਿਬ ਗੈਰ ਸੰਵਿਧਾਨਿਕ ਨਜ਼ਰ ਆ ਰਿਹਾ ਹੈ ਪੰਜਾਬ, ਦਿੱਲੀ ਤੇ ਤਾਮਿਲਨਾਡੂ। ਤੁਹਾਨੂੰ ਲੱਗਦਾ ਕਿ ਵਾਕਈ ਇਸ ਤਰੀਕੇ ਦੇ ਨਾਲ ਅਕਾਲੀ ਦਲ ਵੀ ਸੋਚਦਾ ਕਿ ਜਿੱਥੇ ਬੀਜੇਪੀ ਦੀ ਸਰਕਾਰ ਬਣ ਗਈ ਉੱਥੇ ਆਲ ਇਜ਼ ਵੈਲ, ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਬਣੀ ਤਾਂ ਉੱਥੇ ਕੁਐਸਚਨ ਮਾਰਕ? ਗੌਰਵ ਜੀ, ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਬਿਲਕੁਲ ਸਪਸ਼ਟ ਹੈ ਕਿ ਜਿਹੜਾ ਸੂਬਾ ਹੈ ਉਹਨੂੰ ਚਲਾਉਣ ਦੇ ਵਿੱਚ ਸੂਬੇ ਦੀ ਸਰਕਾਰ ਪੂਰੇ ਤਰੀਕੇ ਸਮਰੱਥ ਹੁੰਦੀ ਹੈ। ਸੂਬੇ ਦੇ ਸਰਕਾਰ ਦੇ ਕੰਮਕਾਜ ਦੇ ਵਿੱਚ ਗਵਰਨਰ ਸਾਹਿਬ ਨੂੰ ਦਖਲ ਨਹੀਂ ਦੇਣੀ ਚਾਹੀਦੀ। ਔਰ ਜਦੋਂ ਗਵਰਨਰ ਸਾਹਿਬ ਨੇ ਟੀਚਰਾਂ ਦਾ ਵੀ ਸਿੰਗਾਪੁਰ ਵਾਲੀ ਡਿਟੇਲ ਮੰਗੀ ਸੀ ਜਾਂ ਕਿਹਨੇ ਭੇਜਿਆ, ਕਿਵੇਂ ਭੇਜ ਰਹੇ ਹੋ, ਕੀ ਹੈ, ਤਾਂ ਸ਼੍ਰੋਮਣੀ ਅਕਾਲੀ ਦਲ ਨੇ ਉਸ ਸਮੇਂ ਵੀ ਕਿਹਾ ਸੀ
ਕਿ ਸੀਐਮ ਦਾ ਪ੍ਰੈਰੋਗੇਟਿਵ ਹੈ ਸੀਐਮ ਦੇਖਣ ਜੀ। ਪਰ ਸਵਾਲ ਜਿਹੜਾ ਆਮ ਆਦਮੀ ਪਾਰਟੀ ਤੋਂ ਅੱਜ ਪੰਜਾਬ ਦੇ ਲੋਕ ਪੁੱਛਦੇ ਨੇ ਉਹ ਹੈ ਕਿ ਇੱਕ ਫਰਕ ਹੈ, ਇੱਕ ਲਾਈਨ ਖਿੱਚਣੀ ਪੈਂਦੀ ਹੈ। ਉਹ ਹੁੰਦੀ ਹੈ ਕਿ ਇੱਕ ਲੀਗੈਲਿਟੀ ਹੁੰਦੀ ਹੈ, ਇੱਕ ਮੋਰੈਲਿਟੀ ਹੁੰਦੀ ਹੈ। ਸਰਕਾਰ ਜਿਹੜੀ ਹੁੰਦੀ ਹੈ ਚੁਣੀ ਹੋਈ, ਉਹਨੂੰ ਮੋਰੈਲਿਟੀ ਦਾ ਵੀ ਲੀਗੈਲਿਟੀ ਦੇ ਨਾਲ ਬਰਾਬਰ ਧਿਆਨ ਰੱਖਣਾ ਪੈਂਦਾ। ਸਰਕਾਰ ਚੁਣੇ ਹੋਏ ਨੁਮਾਇੰਦਿਆਂ ਦੀ ਹੁੰਦੀ ਹੈ ਤੇ ਚੁਣੇ ਹੋਏ ਨੁਮਾਇੰਦੇ ਲੋਕਾਂ ਦੇ ਰੋਲ ਮਾਡਲ ਹੁੰਦੇ ਨੇ ਤੇ ਉਹਨਾਂ ਦਾ ਸੁਸਾਇਟੀ ਦੇ ਵਿੱਚ ਕੀ ਆਚਰਣ ਹੈ ਇਹ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਔਰ ਸੰਘੇੜਾ ਸਾਹਿਬ ਨੂੰ ਸਪਸ਼ਟ ਸਵਾਲ ਹੈ ਕਿ ਇੱਕ ਮੰਤਰੀ ਜਿਹਦੇ ਤੇ ਬਦਫੈਲੀ ਕਰਨ ਦੇ ਇਲਜ਼ਾਮ ਲੱਗੇ ਹੋਣ, ਵੀਡੀਓ ਲੋਕਾਂ ਦੇ ਸਾਹਮਣੇ ਹੋਵੇ, ਉਹਨੂੰ ਕਿਹੜੀ ਮਜਬੂਰੀ ਦੇ ਵਿੱਚ ਸਰਕਾਰ ਨਹੀਂ ਹਟਾਉਣਾ ਚਾਹੁੰਦੀ, ਗਵਰਨਰ ਦੇ ਲਿਖਣ ਦੇ ਬਾਵਜੂਦ ਨਹੀਂ ਹਟਾਉਣਾ ਚਾਹੁੰਦੀ। ਇਹ ਮੋਰੈਲਿਟੀ ਦੇ ਵਿੱਚ ਫਾਲ ਕਰਦਾ ਹੈ। ਇਹ ਸਮਝਾਉਣਾ ਪਊਗਾ ਕਿਉਂਕਿ ਫਿਰ ਤਾਂ ਡਿਕਟੇਟਰਸ਼ਿਪ ਹੋ ਗਈ। ਉਹ ਕਹਿੰਦੇ ਜਾਂਚ ਚੱਲ ਰਹੀ ਹੈ, ਲੋਕ ਭਾਵਨਾ ਦਾ ਧਿਆਨ ਨਹੀਂ ਰੱਖ ਰਹੇ। ਨਹੀਂ ਕਹਿੰਦੇ ਐਸਆਈਟੀ ਬਣ ਗਈ, ਜਾਂਚ ਚੱਲ ਰਹੀ ਹੈ। ਤੁਸੀਂ ਕਟਾਰੂ ਚੱਕ ਜੀ ਦਾ ਜ਼ਿਕਰ ਕਰ ਰਹੇ ਹੋ ਨਾ। ਨਹੀਂ, ਮੈਨੂੰ ਸੰਘੇੜਾ ਸਾਹਿਬ ਇੱਕ ਚੀਜ਼ ਸਮਝਾ ਦੇਣ ਜੀ ਕਿ ਜਿਹੜਾ ਐਸਆਈਟੀ ਦਾ ਮੁਖੀਆ ਉਹ ਡੀਆਈਜੀ ਰੈਂਕ ਦਾ ਅਧਿਕਾਰੀ ਹੈ। ਡੀਆਈਜੀ ਰੈਂਕ ਦਾ ਅਧਿਕਾਰੀ ਵੱਡਾ ਹੈ ਕਿ ਕੈਬਨਿਟ ਮਿਨਿਸਟਰ ਵੱਡਾ ਹੈ ਕਿ ਉਹਨਾਂ ਦੇ ਉੱਪਰ ਜਿਹੜਾ ਸੰਵਿਧਾਨਕ ਅਹੁਦੇ ਤੇ ਗਵਰਨਰ ਬੈਠੇ ਨੇ ਜਿਨ੍ਹਾਂ ਨੇ ਆਲਰੇਡੀ ਉਹ ਵੀਡੀਓ ਦੀ ਤਸਦੀਕ ਕਰਤੀ ਹੈ ਉਹ ਵੱਡੇ ਨੇ। ਸੋ ਇਹ ਚੀਜ਼ਾਂ ਆਮ ਆਦਮੀ ਪਾਰਟੀ ਨੂੰ ਸਮਝਣੀਆਂ ਪੈਣਗੀਆਂ। ਨੰਬਰ 1। ਨੰਬਰ 2, ਜਿਹੜੀ ਗੱਲ ਹੁਣੀ ਤੁਹਾਡੇ ਚੈਨਲ ਤੇ ਜੰਜੂਆ ਸਾਹਿਬ ਨੇ ਕਹੀ, ਮੈਂ ਜੰਜੂਆ ਸਾਹਿਬ ਦੇਖੋ ਉਹਨਾਂ ਨੇ ਸਰਵਿਸ ਕੀਤੀ ਹੈ, ਚੀਫ ਸੈਕਟਰੀ ਰਿਟਾਇਰ ਹੋਏ ਨੇ, ਪਰ ਇੱਕ ਚੀਜ਼ ਦੇ ਉੱਤੇ ਉਹ ਵੀ ਅੱਜ ਗਲਤ ਕਹਿ ਕੇ ਗਏ ਨੇ। ਉਹ ਕਹਿੰਦੇ ਜੀ ਸੈਸ਼ਨ ਸੈਨੇਟਾਈਜ਼ ਸੀਗਾ, ਅਸੀਂ ਸੈਸ਼ਨ ਨੂੰ ਦੁਬਾਰਾ ਰੀਕਾਲ ਕਰ ਸਕਦੇ ਸੀ। ਅਗਰ ਕੋਈ ਸੈਸ਼ਨ ਸੈਨੇਟਾਈਜ਼ ਹੋਇਆ ਉਹਦਾ ਮਤਲਬ ਇਹ ਹੈ ਕਿ ਅਗਰ ਉਹ ਰੀਕਾਲ ਹੋਊਗਾ ਤਾਂ ਉਸੇ ਬਿਜ਼ਨਸ ਲਈ ਦੁਬਾਰਾ ਹੋਊਗਾ। ਉਹ ਕਿਹੜਾ ਬਿਜ਼ਨਸ ਸੀ? ਉਹ ਸੀ ਜਿਹੜਾ ਤੁਹਾਡਾ ਬਜਟ ਸੈਸ਼ਨ ਸੀ। ਇਹ ਜਿਹੜਾ ਸੈਸ਼ਨ ਦੁਬਾਰਾ ਰੀਕਾਲ ਕੀਤਾ ਹੈ, ਜਿਹਨੂੰ ਇਹ ਕਹਿੰਦੇ ਸੈਨੇਟਾਈਜ਼ ਸੈਸ਼ਨ ਨੂੰ ਰੀਕਾਲ ਕੀਤਾ ਹੈ, ਇਹਦੇ ਚ ਬਜਟ ਦੀ ਤਾਂ ਕੋਈ ਗੱਲ ਨਹੀਂ ਹੋਈ। ਮਤਲਬ ਤੁਹਾਨੂੰ ਲੱਗ ਰਿਹਾ ਕਿ ਏਜੰਡਾ ਫਰੈਸ਼ ਸੀ? ਬਿਲਕੁਲ ਨਵਾਂ ਏਜੰਡਾ ਬਿਲਕੁਲ ਫਰੈਸ਼ ਸੀ। ਇਹਨਾਂ ਦੇ ਇਖਤਿਆਰ ਖੇਤਰ ਚ ਨਹੀਂ ਸੀ। ਪੰਜਾਬ ਦੀ ਵਿਧਾਨ ਸਭਾ ਨੇ ਚੱਕਿਆ, ਇੱਕ ਸੈਂਟਰਲ ਐਕਟ ਅਮੈਂਡ ਕਰਤਾ। ਸਿਰਫ ਕਿਉਂ? ਕਿਉਂਕਿ ਕੇਜਰੀਵਾਲ ਦਾ ਏਜੰਡਾ ਸੀ ਗੁਰਬਾਣੀ ਤੇ ਹਮਲਾ ਕਰਨਾ ਸੀ, ਲੋਕਾਂ ਨੂੰ ਝੂਠ ਬੋਲਣਾ ਸੀ। ਸੈਸ਼ਨ ਦੇ ਦੌਰਾਨ ਸਿਰਫ ਵਿਰੋਧੀਆਂ ਦੀ ਕਿਰਦਾਰਕੁਸ਼ੀ ਤੋਂ ਬਿਨਾਂ ਹੋਰ ਕੁਝ ਨਹੀਂ ਕੀਤਾ। ਉਹ ਕਰਕੇ ਲੋਕਾਂ ਦਾ ਪੈਸਾ, ਸਮਾਂ, ਦੋਨੇ ਚੀਜ਼ਾਂ ਬਰਬਾਦ ਹੋਈਆਂ। ਠੀਕ ਹੈ। ਔਰ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਇਹ ਕਿਉਂ ਬਿਹੇਵ ਕਰਦੀ ਹੈ, ਔਰ ਖਾਸ ਕਰਕੇ ਇੰਡੀਆ 'ਚ ਦੇਖੋ ਇਹ ਪਤਾ ਕੀ ਕਹਿਣਾ ਚਾਹੁੰਦੇ ਆ ਗੌਰਵ ਜੀ? ਇਹ ਕਹਿੰਦੇ ਨੇ ਕਿ ਜੀ ਅਰਵਿੰਦ ਕੇਜਰੀਵਾਲ ਸਾਹਿਬ ਇੱਕ ਟਰੈਵਲ ਕਰਦੇ ਕਰਦੇ ਆਏ ਕੋਈ ਜਹਾਜ਼ ਦੇ ਵਿੱਚ, ਉਹਨਾਂ ਨੇ ਇੱਕ ਟਾਪੂ ਦੇ ਤੌਰ ਤੇ ਭਾਰਤ ਲੱਭ ਲਿਆ। ਇਹ ਤੋਂ ਪਹਿਲਾਂ ਤਾਂ ਭਾਰਤ ਹੈ ਨਹੀਂ ਸੀ, ਇਹ ਤੋਂ ਪਹਿਲਾਂ ਤਾਂ ਉਰੇ ਕੋਈ ਸਿਸਟਮ ਹੀ ਨਹੀਂ ਸੀ। ਪਿਛਲੇ ਇੰਨੇ ਸਾਲਾਂ ਤੋਂ ਤਾਂ ਭਾਰਤ ਮੈਂ ਕਹਿੰਦਾ ਪਾਣੀ ਦੇ ਨੀਚੇ ਸੀ, ਇਹਨਾਂ ਨੇ ਪਾਣੀ ਦੇ ਵਿੱਚੋਂ ਕੱਢ ਕੇ ਅੱਜ ਦਿਖਾਇਆ। ਦੇਖੋ ਸਿਸਟਮ ਬਕਾਇਦਾ ਚੱਲ ਰਹੇ ਨੇ। ਇਹ ਲੋਕਾਂ ਨੂੰ ਇਹ ਜਵਾਬ ਦੇਣ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ, ਪੰਜਾਬ ਦੇ ਵਿੱਚ 2 ਸੂਬਿਆਂ 'ਚ ਸਰਕਾਰ ਹੈ। ਦੱਸੋ ਜੀ ਲੋਕਾਂ ਨੂੰ ਕੀ ਦੇਣ ਹੈ? ਦਿੱਲੀ ਦੇ ਵਿੱਚ ਇਹੀ ਡਰਾਮਾ ਪੋਲਿਟਿਕਸ ਚੱਲਦੀ ਰਹੀ, ਠੀਕ ਹੈ, ਉੱਥੇ ਡਿਵੈਲਪਮੈਂਟ ਕੇਂਦਰ ਨੇ ਕਰਤੀ, ਉੱਥੇ ਇਹਨਾਂ ਦੀ ਡਰਾਮਾ ਚੱਲ ਗਿਆ। ਪੰਜਾਬ ਦੇ ਵਿੱਚ ਮੈਂ ਸੰਘੇੜਾ ਸਾਹਿਬ ਨੂੰ ਤਾਂ ਪੁੱਛਣਾ ਚਾਹੁੰਦਾ, ਕਿਹੜਾ ਵੱਡਾ ਹਸਪਤਾਲ ਬਣ ਗਿਆ ਜੀ? ਕਿਹੜਾ ਵੱਡਾ ਸਕੂਲ ਬਣ ਗਿਆ? ਜਵਾਬ ਲੈਣੇ ਆ ਸਰ, ਜਵਾਬ ਲੈਣੇ। ਫਿਰ ਸਕੀਮਾਂ ਬੰਦ ਪਈਆਂ, ਗਰੀਬਾਂ ਦੇ ਨੀਲੇ ਕਾਰਡ ਤੁਸੀਂ ਕੱਟਤੇ, ਦਿੱਤਾ ਕੀ ਤੁਸੀਂ ਲੋਕਾਂ ਨੂੰ? ਕਟਾਰੂ ਚੱਕ ਵਰਗੇ ਮੰਤਰੀ। ਠੀਕ ਹੈ, ਚਲੋ ਜਵਾਬ ਲੈਣੇ ਆਪਾਂ, ਜਵਾਬ ਲੈਣੇ ਇੱਕ ਵਾਰੀ। ਤੁਹਾਡੇ ਐਮਐਲਏ ਲੋਕਾਂ ਨੂੰ 376 ਦੇ ਝੂਠੇ ਕੇਸਾਂ 'ਚ ਫਸਾ ਕੇ ਲੁੱਟ ਰਹੇ ਨੇ। ਪੰਜਾਬ ਨੂੰ ਦੇਣ ਤਾਂ ਦੱਸੋ ਕੀ ਹੈ? ਠੀਕ ਹੈ, ਜਵਾਬ ਲੈਣੇ। ਇੱਕ ਵਾਰੀ ਕਾਲੋ ਸਾਹਿਬ ਦਾ ਰੁਖ ਕਰ ਲਵਾਂ, ਇੱਕ ਵਾਰੀ ਕਾਲੋ ਸਾਹਿਬ ਦਾ ਰੁਖ ਕਰ ਲਵਾਂ। ਸਾਡੇ ਨਾਲ ਕਾਂਗਰਸ ਤੋਂ ਜੁੜੇ ਹੋਏ ਨੇ, ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਕਾਲੋ ਸਾਹਿਬ, ਮੈਂ ਅਗਲੇ ਸਟੈਪ ਦੇ ਉੱਤੇ ਜਾਣਾ ਕਿਉਂਕਿ ਕਾਂਗਰਸ ਵੀ ਵਿਰੋਧ ਕਰ ਰਹੀ ਹੈ ਕਿ ਦੇਖੋ ਅਸੀਂ ਮਨੀਸ਼ ਤਿਵਾੜੀ ਜੀ ਦਾ ਬਿਆਨ ਸੁਣਵਾਇਆ, ਉਹ ਕਹਿ ਰਹੇ ਕਿ ਫੌਰੀ ਤੌਰ ਦੇ ਉੱਤੇ ਹਟਾ ਦੇਣਾ ਚਾਹੀਦਾ ਜਿਸ ਤਰੀਕੇ ਦਾ ਡਿਸੀਜਨ ਲਿਆ ਗਿਆ ਗਵਰਨਰ ਸਾਹਿਬ ਦੇ ਵੱਲੋਂ ਤਮਿਲਨਾਡੂ ਦੇ ਵਿੱਚ। ਹੁਣ ਪੁਆਇੰਟ ਇਹ ਹੈ ਕਿ ਆਰਡੀਨੈਂਸ ਦੇ ਉੱਤੇ ਤੁਹਾਡਾ ਸਾਥ ਆਮ ਆਦਮੀ ਪਾਰਟੀ ਨੂੰ ਮਿਲੇਗਾ ਨਹੀਂ ਮਿਲੇਗਾ, ਸਟੈਂਡ ਕਲੀਅਰ ਨਹੀਂ। ਇਸ ਵਿਚਾਲੇ ਆਮ ਆਦਮੀ ਪਾਰਟੀ ਚਲੀ ਗਈ ਹੈ ਸੁਪਰੀਮ ਕੋਰਟ। 12-13 ਤਰੀਕ ਨੂੰ ਇੱਕ ਮੀਟਿੰਗ ਹੋਣੀ ਹੈ ਬੈਂਗਲੁਰੂ ਦੇ ਵਿੱਚ ਜਿਸ 'ਚ ਕਾਂਗਰਸ ਵੀ ਹੋਏਗੀ, ਆਮ ਆਦਮੀ ਪਾਰਟੀ ਵੀ ਹੋਏਗੀ। ਹੁਣ ਕਿਸ ਨਜ਼ਰ ਦੇ ਨਾਲ ਤੁਸੀਂ ਦੇਖ ਰਹੇ ਹੋ? ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਗਵਰਨਰ ਜੋ ਕਰ ਰਹੇ ਨੇ ਉਹ ਠੀਕ ਨਹੀਂ, ਦੂਜੇ ਪਾਸੇ ਆਰਡੀਨੈਂਸ ਦੇ ਉੱਤੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਤੁਸੀਂ ਆਪਣੇ ਪੱਤੇ ਖੋਲ ਹੀ ਨਹੀਂ ਰਹੇ। ਦੇਖੋ, ਸਭ ਤੋਂ ਪਹਿਲਾਂ ਤੇ ਗੌਰਵ ਮੈਂ ਇਹ ਕਹਿਣਾ ਚਾਹੂੰਗਾ ਕਿ ਇਹ ਜਿਹੜੀਆਂ ਦੋਵੇਂ ਪਾਰਟੀਆਂ ਨੇ ਭਾਜਪਾ ਤੇ ਆਮ ਆਦਮੀ ਪਾਰਟੀ, ਇਹ ਦੋਵੇਂ ਇੱਕੋ ਸਿੱਕੇ ਦੇ ਇਹ 2 ਪਹਿਲੂ ਨੇ। ਦੇਖੋ, ਇਹ ਆਪਣੀ ਕਨਵੀਨੀਅੰਸ ਦੇ ਹਿਸਾਬ ਨਾਲ ਗੌਰਵ ਐਕਟ ਕਰਦੇ ਨੇ। ਜੇ ਮੈਂ ਗੱਲ ਕਰਾਂ 370 ਦੀ, ਉਹਦੇ ਉੱਤੇ ਬਿਲਕੁਲ ਵੀ ਕੇਜਰੀਵਾਲ ਸਾਹਿਬ ਨਹੀਂ ਬੋਲੇ ਔਰ ਉਹਦੇ ਇਨਫੈਕਟ ਉਹਦੇ ਤੇ ਭਾਜਪਾ ਦੀ ਇਹਨਾਂ ਨੇ ਸਪੋਰਟ ਕੀਤੀ। ਸ਼ਹੀਨ ਬਾਗ ਦਾ ਐਡਾ ਲੰਬਾ ਮੋਰਚਾ ਚੱਲਿਆ, ਤੁਸੀਂ ਸਾਰੇ ਟੀਵੀ ਚੈਨਲਸ ਨੇ ਉਹ ਕਵਰ ਵੀ ਕੀਤਾ। ਉਹ ਤੇ ਦਿੱਲੀ ਦਾ ਮਸਲਾ ਸੀ, ਉਹਦੇ ਉੱਤੇ ਕੇਜਰੀਵਾਲ ਸਾਹਿਬ ਨਹੀਂ ਬੋਲੇ ਕਿਉਂਕਿ ਉਹ ਬੀਜੇਪੀ ਦੇ ਵਿਰੁੱਧ ਮੋਰਚਾ ਖੁੱਲਿਆ ਸੀ। ਜਿਹੜਾ ਯੂਨੀਫਾਰਮ ਸਿਵਲ ਕੋਡ ਜਿਹੜਾ
ਜਦੋਂ ਉਹਦੀ ਗੱਲ ਹੋਈ ਤੇ ਉਹਦੇ ਸਮਰਥਨ ਦੇ ਵਿੱਚ ਨਿੱਤਰ ਕੇ ਆਈ ਆਮ ਆਦਮੀ ਪਾਰਟੀ। ਤੇ ਹੁਣ ਸਮਝਣ ਦੀ ਲੋੜ ਕੀ ਹੈ? ਸਮਝਣ ਦੀ ਲੋੜ ਕੀ ਹੈ ਕਿ ਪੋਲਿਟਿਕਸ ਆਫ ਕਨਵੀਨੀਅੰਸ ਕਰਦੇ ਨੇ ਆਪਣੇ